ਅੱਜ ਦੀ ਕਹਾਣੀ ਵੀ ਆਰ ਇਡੀਅਟਸ। ਰਚਨਾ ਰੋਚਿਕਾ अरुण शर्मा। ट्रांसलेशन प्रोफेसर नव संगीत सिंह। आवाज धीरज मलिक। अब पापा तुसी मैनू बस स्टैंड तक छड़ दोगे प्लीज। रोहन ने अपने शूलेसेस बन्ने ते फटाफट लिफ्ट वल गया। ओ बई तू इत्थे किवें? कॉलेज छुट्टियां ने? गुआंढी मिस्टर जोशी ने पूछा। जी नहीं अंकल, मैं इसे शहर दे विच एक कॉलेज दाखला ले लिया। रोहन ने मुस्कुरा के जवाब दिता। पर ਇੱਥੇ ਕਿਉਂ? ਤੂੰ ਤਾਂ ਆਈ ਥਿੰਕ ਕਿਸੇ ਇੰਜੀਨੀਅਰਿੰਗ ਕਾਲਜ ਦੇ ਵਿੱਚ ਨਹੀਂ ਪੜਨ ਚਲਾ ਗਿਆ ਸੀ, ਫਿਰ ਉੱਥੋਂ ਦੀ ਇੱਥੇ ਕਿਵੇਂ? ਖੈਰ ਰੋਹਨ ਨੇ ਉਹਨਾਂ ਨੂੰ ਇਗਨੋਰ ਕੀਤਾ ਤੇ ਲਿਫਟ 'ਚ ਚਲਾ ਗਿਆ। ਅਗਲੀ ਸ਼ਾਮ ਜਦੋਂ ਰੋਹਨ ਦੀ ਮਾਂ ਆਪਣੇ ਦਫ਼ਤਰੋਂ ਵਾਪਸ ਆਈ, ਗੁਆਂਢਣ ਨੇ ਉਸ ਨੂੰ ਰੋਕਦਿਆਂ ਇੱਕ ਵਿਅੰਗ ਕੱਸਿਆ ਤੇ ਪੁੱਛਿਆ, ਕੀ ਗੱਲ ਰੰਜਨਾ, ਬੇਟੇ ਦਾ ਕਾਲਜ ਬਦਲ ਲਿਆ? ਇਸ ਨੂੰ ਫੋਟੋਗ੍ਰਾਫੀ ਦਾ ਸ਼ੌਕ ਸੀ, ਪਹੁੰਚ ਗਿਆ ਇੰਜੀਨੀਅਰਿੰਗ ਕਾਲਜ, ਸੋ ਵਾਪਸ ਤਾਂ ਆਣਾ ਹੀ ਸੀ, ਦੈਟਸ ਵਾਈ। ਓ ਤਾਂ ਇਹ ਗੱਲ ਹੈ, ਮੀਨਸ ਹੀ ਇਜ਼ ਵਨ ਆਫ ਦ 3 ਇਡੀਅਟਸ, ਰਾਈਟ? ਹੁਣ ਇਹ ਤਾਨੇ ਅਤੇ ਵਿਅੰਗ ਰੰਜਨਾ ਤੇ ਉਸ ਦੇ ਪਤੀ ਦੀ ਜ਼ਿੰਦਗੀ ਦਾ ਰੋਜ਼ਾਨਾ ਦਾ ਹਿੱਸਾ ਬਣ ਚੁੱਕੇ ਸਨ। ਅੱਜ ਤਾਂ ਹੱਦ ਹੀ ਹੋ ਗਈ। ਜਦੋਂ ਰੋਹਨ ਆਪਣੇ ਅਪਾਰਟਮੈਂਟ ਦੇ ਬਾਹਰ ਗਾਰਡਨ 'ਚ ਪੰਛੀਆਂ ਦੀ ਤਸਵੀਰਾਂ ਲੈ ਰਿਹਾ ਸੀ ਤਾਂ ਉਸੇ ਸਮੇਂ ਉੱਥੇ ਦੇ ਇੱਕ ਰੈਜ਼ੀਡੈਂਟਸ ਨੇ ਉਸ ਨੂੰ ਛੇੜਦਿਆਂ ਕਿਹਾ, ਫੋਟੋਗ੍ਰਾਫਰ ਸਾਹਿਬ ਪਹਿਲਾਂ ਆਪਣਾ ਹੇਅਰ ਕੱਟ ਤਾਂ ਕਰਵਾ ਲੈਂਦੇ। ਵਾਲ ਵੇਖੇ ਨੇ ਆਪਣੇ, ਬਟੇਰ ਦੇ ਖੰਭਾਂ ਵਾਂਗ ਖੜੇ ਨੇ। ਮੇਰਾ ਤਾਂ ਜੀ ਕਰਦਾ ਇੱਕ ਰਬੜਮੈਨ ਲੈ ਕੇ ਤੇਰੀ ਗੁੱਤ ਕਰ ਦਿਆਂ। ਉਸੇ ਵੇਲੇ ਇੱਕ ਦੂਸਰੀ ਔਰਤ ਬੋਲੀ, ਅੱਜ ਜੇ ਫੋਟੋਗ੍ਰਾਫਰ ਹੀ ਬਣਨਾ ਸੀ ਤਾਂ 12ਵੀਂ ਵਿੱਚ ਇੰਨੀ ਮਿਹਨਤ ਕਰਨ ਦੀ ਕੀ ਲੋੜ ਸੀ? ਇੰਨੇ ਵਧੀਆ ਨੰਬਰ ਲੈ ਕੇ ਫੋਟੋਗ੍ਰਾਫਰ? ਯੂ ਆਰ ਸੋ ਸਿਲੀ। ਰੰਜਨਾ ਕਈ ਵਾਰ ਸੋਚਦੀ ਸਭ ਉਸਦੀ ਗਲਤੀ ਹੈ। ਜੇ ਉਹ ਨੌਕਰੀ ਨਾ ਕਰਦੀ, ਉਸ ਦੀ ਥਾਂ ਉਹ ਆਪਣੇ ਬੇਟੇ ਦੇ ਪਾਲਣ ਪੋਸ਼ਣ ਤੇ ਬਚਪਨ ਤੇ ਧਿਆਨ ਦਿੰਦੀ ਤਾਂ ਸ਼ਾਇਦ ਅੱਜ ਉਹ ਆਪਣੀ ਪੜ੍ਹਾਈ ਤੇ ਫੋਕਸ ਕਰਦਾ। ਜਿਸ ਨੂੰ ਉਹ ਹੌਬੀ ਸਮਝ ਰਹੀ ਸੀ, ਉਸ ਨੂੰ ਉਸਦੇ ਬੇਟੇ ਨੇ ਆਪਣਾ ਕਰੀਅਰ ਬਣਾ ਲਿਆ। ਇਹ ਤਾਂ ਉਸਨੇ ਸੋਚਿਆ ਵੀ ਨਹੀਂ ਸੀ। ਰੰਜਨਾ ਆਪਣੇ ਆਪ ਨੂੰ ਦੋਸ਼ੀ ਮੰਨ ਕੇ ਕੋਸਦੀ ਕਿ ਜਦੋਂ ਉਹ ਇੰਜੀਨੀਅਰਿੰਗ ਕਾਲਜ ਚੱਲਾ ਹੀ ਸੀ, ਉਸਨੂੰ ਇੰਨਾ ਮਹਿੰਗਾ ਕੈਮਰਾ ਗਿਫਟ ਦੇਣ ਦੀ ਲੋੜ ਹੀ ਕੀ ਸੀ? ਸ਼ੌਕ ਆਪਣੀ ਸੀਮਾ ਵਿੱਚ ਹੀ ਰਹਿੰਦੇ ਤਾਂ ਜ਼ਿਆਦਾ ਠੀਕ ਸੀ। ਕਿੰਨਾ ਸੋਚਦੇ ਹੋ ਦੀਦੀ ਤੁਸੀਂ? ਰੰਜਨਾ ਦੀ ਛੋਟੀ ਭੈਣ ਨੇ ਫੋਨ ਤੇ ਉਸਨੂੰ ਕਿਹਾ, ਦੀਦੀ ਕਈ ਵਾਰ ਬੱਚੇ ਫੇਲ ਵੀ ਤਾਂ ਹੋ ਜਾਂਦੇ ਨੇ, ਤਾਂ ਕੀ ਜ਼ਿੰਦਗੀ ਮੁੱਕ ਜਾਂਦੀ ਹੈ ਉੱਥੇ? ਇੱਕੋ ਹੀ ਤਾਂ ਬੇਟਾ ਹੈ ਤੁਹਾਡਾ, ਇਸੇ ਲਈ ਤਾਂ ਚਿੰਤਾ ਹੈ। ਇਕਲੌਤਾ ਬੇਟਾ ਜੋ ਹੈ, ਤੇ ਜੇ ਇਕਲੌਤਾ ਬੇਟਾ ਵੀ ਕੁਝ ਨਾ ਕਰ ਸਕੇ ਤੇ ਮਾਂ-ਬਾਪ ਦੀ ਜ਼ਿੰਦਗੀ ਫਿਜ਼ੂਲ ਹੈ। ਪਰ ਦੀਦੀ ਇਹੀ ਸੋਚ ਸਾਨੂੰ ਸਾਡੇ ਬੱਚਿਆਂ ਨੂੰ ਕੁਝ ਕਰਨ ਤੋਂ ਰੋਕਦੀ ਹੈ। ਅਸੀਂ ਇਸ ਤਰ੍ਹਾਂ ਕਿਉਂ ਨਾ ਸੋਚੀਏ ਕਿ ਇਹਨਾਂ ਨੂੰ ਜਸਟ ਇੱਕ ਵਾਰ ਜੋ ਇਹ ਕਰਨਾ ਚਾਹੁੰਦੇ ਨੇ ਕਰਨ ਦੇਈਏ। ਇਹਨਾਂ ਦੀਆਂ ਵੀ ਤਾਂ ਕੁਝ ਇੱਛਾਵਾਂ ਹੁੰਦੀਆਂ ਨੇ ਜਿਨ੍ਹਾਂ ਨੂੰ ਅਸੀਂ ਵੱਡੇ ਆਪਣੀ ਇੱਛਾਵਾਂ ਹੇਠ ਕੁਚਲ ਦਿੰਦੇ ਹਾਂ। ਜਿਸ ਕੰਮ ਨੂੰ ਉਹ ਮਨ ਲਾ ਕੇ ਕਰਨਗੇ, ਉਸ ਫੀਲਡ ਦੇ ਵਿੱਚ ਡੈਫੀਨੇਟਲੀ ਕਾਮਯਾਬੀ ਹਾਸਲ ਕਰਨਗੇ। ਆਈ ਨੋ, ਪਰ ਇਹ ਇਹਦੇ ਕਰੀਅਰ ਦਾ ਸਵਾਲ ਹੈ। ਕਿਵੇਂ ਇਸ ਨੂੰ ਮਨਮਰਜ਼ੀ ਕਰਨ ਦਈਏ? ਆਖਿਰ ਆਪਣੀ ਜ਼ਿੰਦਗੀ ਦੇ 골ਡਨ ਈਅਰਸ ਗਵਾ ਰਿਹਾ ਫੋਟੋਗ੍ਰਾਫੀ ਕਰਕੇ। ਦੀਦੀ ਮੈਂ ਮੰਨਦੀ ਹਾਂ ਤੁਹਾਡੀ ਗੱਲ, 100% ਤੁਸੀਂ ਠੀਕ ਹੋ, ਪਰ ਹਰ ਫੀਲਡ ਦੇ ਵਿੱਚ ਜਾਣਕਾਰਾਂ ਦੀ ਲੋੜ ਹੈ। ਅਸੀਂ ਸਿਰਫ ਡਾਕਟਰ, ਇੰਜੀਨੀਅਰ, ਲਾਇਰਸ, ਸੀਏ ਤੱਕ ਹੀ ਸੀਮਿਤ ਹੋ ਕੇ ਰਹਿ ਗਏ, ਜਿਸ ਦੇ ਲਈ ਇੱਕ ਡਿਗਰੀ ਲੈ ਕੇ ਸਾਡੇ ਕਿੰਨੇ ਯੁਵਕ ਨੌਜਵਾਨ ਥਾਂ ਤੇ ਧੱਕੇ ਖਾਂਦੇ ਨਜ਼ਰ ਆਉਂਦੇ ਨੇ। ਪਰ ਅਸੀਂ ਆਪ ਉਹਨਾਂ ਨੂੰ ਨਜ਼ਰਅੰਦਾਜ਼ ਕਰਕੇ ਸਿਰਫ ਕੁਝ ਸਕਸੈਸਫੁਲ ਲੋਕਾਂ ਨੂੰ ਧਿਆਨ 'ਚ ਰੱਖਦੇ ਹਾਂ ਅਤੇ ਚਾਹੁੰਦੇ ਇਹ ਹੈ ਕਿ ਸਾਡੇ ਬੱਚੇ ਵੀ ਉਹਨਾਂ ਸਕਸੈਸਫੁਲ ਲੋਕਾਂ ਵਾਂਗੂ ਮਹਾਨ ਤੇ ਕਾਮਯਾਬ ਬਣਨ। ਉਸ ਦੇ ਲਈ ਅਸੀਂ ਉਹਨਾਂ ਦੀ ਜ਼ਿੰਦਗੀ ਭਰ ਦੇ ਸੁਪਨਿਆਂ ਨੂੰ ਚਕਨਾ ਚੂਰ ਕਰ ਦਿੰਦੇ ਹਾਂ। ਤੇਰੀ ਗੱਲ ਤਾਂ ਠੀਕ ਹੈ, ਪਰ ਜਿਸ ਉੱਤੇ ਬੀਤਦੀ ਹੈ ਉਹੀ ਇਸ ਪੀੜ ਨੂੰ ਸਮਝ ਸਕਦਾ ਹੈ। ਮੈਂ ਤੁਹਾਡੇ ਦਰਦ ਤੋਂ ਵਾਕਿਫ ਹਾਂ ਦੀਦੀ, ਪਰ ਆਪਣੇ ਬੱਚਿਆਂ ਲਈ ਸਭ ਕੁਝ ਸਹਿਣਾ ਵੀ ਤਾਂ ਪੈਂਦਾ ਹੈ। ਆਖਰ ਮਾਪਿਓ ਕਿਸ ਲਈ ਹੁੰਦੇ ਨੇ? ਫਿਰ ਕਈ ਵਾਰੀ ਬੱਚੇ ਇੱਕ ਫੀਲਡ ਦੇ ਵਿੱਚ ਫੇਲ ਹੋ ਜਾਂਦੇ ਨੇ ਅਤੇ ਜੇ ਉਹਨਾਂ ਨੂੰ ਦੂਜਾ ਮੌਕਾ ਮਿਲੇ ਤਾਂ ਦੂਜੇ ਫੀਲਡ ਦੇ ਵਿੱਚ ਬਹੁਤ ਹੀ ਵਧੀਆ ਕੰਮ ਕਰਦੇ ਨੇ। ਸੋ ਥਿੰਕ ਪੋਜ਼ਿਟਿਵ ਦੀਦੀ। ਅਕਸਰ ਰੰਜਨਾ ਦਾ ਚਿਹਰਾ ਲਟਕਿਆ ਰਹਿੰਦਾ। ਹੋਰ ਤਾਂ ਹੋਰ ਹੁਣ ਤਾਂ ਉਹ ਗੁਆਂਢੀਆਂ ਤੋਂ ਵੀ ਨਜ਼ਰਾਂ ਚੁਰਾਉਣ ਲੱਗ ਪਈ ਸੀ।
ਉਸ ਨੂੰ ਲੱਗਦਾ ਕਿ ਕਿਤੇ ਕੋਈ ਉਸ ਦੇ ਪੁੱਤਰ ਬਾਰੇ ਸਵਾਲ ਨਾ ਪੁੱਛ ਲੈ। ਪਤਾ ਨਹੀਂ ਲੋਕਾਂ ਨੂੰ ਦੂਜਿਆਂ ਦੇ ਕੰਮਾਂ ਵਿੱਚ ਟੰਗ ਅੜਾਉਣ ਦੀ ਕੀ ਆਦਤ ਪਈ ਹੈ। ਜੀ ਕਰਦਾ ਇੱਕ ਜੜ ਦੇਵਾਂ ਜਦੋਂ ਕੋਈ ਮੇਰੇ ਰਹਿਣ ਸਹਿਣ ਬਾਰੇ ਟੋਕਾ ਟੋਕੀ ਕਰੇ। ਮੇਰੀ ਮਰਜ਼ੀ, ਮੈਂ ਚਾਹੇ ਸਲੀਪਰ ਪਾ ਕੇ ਬਾਹਰ ਜਾਵਾਂ ਜਾਂ ਫਿਰ ਵਰਸਾਚੇ ਦੇ ਬੂਟ, ਉਸ ਤੋਂ ਕਿਸੇ ਨੂੰ ਕੀ ਲੈਣਾ। ਰੋਹਨ ਬੁੜਬੁੜਾ ਰਿਹਾ ਸੀ। ਬਿਲਕੁਲ ਠੀਕ ਹੈ ਬੇਟਾ, ਪਰ ਲੇਕਿਨ ਸਾਨੂੰ ਸਮਾਜ ਦੇ ਵਿੱਚ ਰਹਿਣਾ ਤੇ ਸਮਾਜ ਦੇ ਵਾਂਗ ਰਹਿਣ ਸਹਿਣ ਵੀ ਤਾਂ ਰੱਖਣਾ ਪਏਗਾ ਨਾ। ਰੰਜਨਾ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਸੀ। ਹਾਂ ਮਮਾ, ਪਰ ਇਸ ਸਮਾਜ ਦਾ ਅਨੁਸਾਰ ਰਹਿਣਾ ਸਹਿਣਾ ਇਹ ਬਣਾਇਆ ਕਿੰਨੇ? ਰੋਹਨ ਬਹਿਸ ਕਰਨ ਲੱਗਿਆ ਤੇ ਉਸ ਨਵੀਂ ਪੀੜ੍ਹੀ ਦੇ ਸਵਾਲਾਂ ਦੇ ਜਵਾਬ ਰੰਜਨਾ ਕੋਲ ਨਹੀਂ ਸੀ। ਅੱਛਾ ਚੱਲ ਚੰਗਾ, ਬਹਿਸ ਬੰਦ ਕਰ ਤੇ ਆ ਕੇ ਰੋਟੀ ਖਾ ਲੈ। ਆਪਾਂ ਕਿਸੇ ਦਾ ਮੂੰਹ ਥੋੜੀ ਨਾ ਬੰਦ ਕਰ ਸਕਦੇ। ਤੂੰ ਸਾਡਾ ਪੁੱਤਰ ਹੈ ਤੇ ਸਾਨੂੰ ਸਭ ਤੋਂ ਪਿਆਰਾ। ਮੈਂ ਤਾਂ ਬਸ ਇਹੀ ਜਾਣਦੀ ਹਾਂ। ਰੰਜਨਾ ਨੇ ਉਸ ਦਾ ਹੱਥ ਫੜ ਕੇ ਕਿਹਾ। ਰੋਹਨ ਆਪਣੀ ਫੋਟੋਗ੍ਰਾਫੀ ਦੇ ਖੇਤਰ ਵਿੱਚ ਅੱਗੇ ਵਧ ਰਿਹਾ ਸੀ। ਹਰ ਰੋਜ਼ ਉਸ ਦੀਆਂ ਖਿੱਚੀਆਂ ਤਸਵੀਰਾਂ ਪ੍ਰਦਰਸ਼ਨੀ ਵਿੱਚ ਸ਼ਾਮਿਲ ਹੋ ਰਹੀਆਂ ਸਨ। ਉਸ ਦੀ ਆਪਣੀ ਪਛਾਣ ਵੀ ਬਣਨ ਲੱਗ ਪਈ ਸੀ। ਇੰਜੀਨੀਅਰਿੰਗ ਕਾਲਜ ਤਾਂ ਉਹ ਕਰ ਹੀ ਰਿਹਾ ਸੀ। ਜਦੋਂ ਕਲਾਸ ਹੁੰਦੀ ਉੱਥੇ ਜੀ ਲਾ ਕੇ ਪੜ੍ਹ ਲੈਂਦਾ ਤਾਂ ਕਿ ਘਰ ਆ ਕੇ ਪੜ੍ਹਨਾ ਨਾ ਪਵੇ ਤੇ ਉਹ ਆਪਣੀ ਫੋਟੋਗ੍ਰਾਫੀ ਤੇ ਫੋਕਸ ਕਰ ਸਕੇ। ਹੈਲੋ ਦੀਦੀ, ਤੁਸੀਂ ਤਾਂ ਐਵੇਂ ਪਰੇਸ਼ਾਨ ਹੁੰਦੇ ਸੀ। ਤੁਹਾਡਾ ਪੁੱਤਰ ਤਾਂ ਜੀਨੀਅਸ ਹੈ, ਜੀਨੀਅਸ। ਦੇਖੋ ਇੰਜੀਨੀਅਰਿੰਗ ਦੇ ਨਾਲ ਨਾਲ ਫੋਟੋਗ੍ਰਾਫੀ ਵੀ ਕਰ ਰਿਹਾ, ਕਿਸੇ ਵੀ ਗੱਲ 'ਚ ਪਿੱਛੇ ਨਹੀਂ। ਰੰਜਨਾ ਨੇ ਆਪਣੀ ਭੈਣ ਦੀ ਗੱਲ ਰੋਹਨ ਨੂੰ ਦੱਸੀ ਤਾਂ ਉਸ ਦਾ ਚਿਹਰਾ ਖੁਸ਼ੀ ਨਾਲ ਖਿੜ ਗਿਆ। ਉਸ ਦਾ ਸੈਲਫ ਕੌਨਫੀਡੈਂਸ ਵੱਧ ਗਿਆ। ਅੱਜ ਉਹ ਪੂਰੇ ਉਤਸ਼ਾਹ ਨਾਲ ਮਾਂ ਨਾਲ ਗੱਲ ਕਰ ਰਿਹਾ ਸੀ। ਮੰਮਾ, ਤੁਹਾਨੂੰ ਪਤਾ ਨਹੀਂ, ਫੋਟੋਗ੍ਰਾਫੀ ਵਿੱਚ ਬਹੁਤ ਅਲੱਗ-ਅਲੱਗ ਫੀਲਡਸ ਹੁੰਦੇ ਨੇ, ਜਿਵੇਂ ਪੀਜੀ ਕੋਰਸ ਆਫ ਫੋਟੋਗ੍ਰਾਫੀ, ਪ੍ਰੋਡਕਟ ਫੋਟੋਗ੍ਰਾਫੀ ਵਿੱਚ ਗ੍ਰੈਜੂਏਸ਼ਨ, ਇਵੈਂਟ ਮੈਨੇਜਮੈਂਟ, ਵਾਈਲਡ ਲਾਈਫ ਫੋਟੋਗ੍ਰਾਫੀ, ਸਿਨੇਮੈਟੋਗ੍ਰਾਫੀ, ਵੈਡਿੰਗ ਸ਼ੂਟਸ। ਪਰ ਸਾਰਿਆਂ ਨੂੰ ਇਸ ਬਾਰੇ ਜਾਣਕਾਰੀ ਨਹੀਂ ਨਾ। ਲੋਕ ਕੁਝ ਨਵਾਂ ਨਹੀਂ ਸੋਚਣਾ ਚਾਹੁੰਦੇ ਤੇ ਨਾ ਹੀ ਦੂਜਿਆਂ ਨੂੰ ਕੁਝ ਨਵਾਂ ਕਰਨ ਦਿੰਦੇ ਨੇ। ਬਸ ਇੱਕੋ ਹੀ ਨੌਕਰੀ ਕਰੋ, ਨੌਕਰੀ ਕਰੋ, ਨੌਕਰੀ ਕਰੋ, ਜਿਸ ਨਾਲ ਤੁਹਾਡਾ ਮਹੀਨੇ ਦਾ ਖਰਚ ਚੱਲੇ। ਉਸ ਨੌਕਰੀ ਵਿੱਚ ਸਾਰੀ ਜ਼ਿੰਦਗੀ ਅਸੀਂ ਦੂਜਿਆਂ ਲਈ ਕੰਮ ਕਰਦੇ ਹਾਂ। ਅਸੀਂ ਸਿਰਫ ਨੌਕਰੀ ਤੱਕ ਹੀ ਸੀਮਿਤ ਕਿਉਂ ਰਹੀਏ? ਆਪਣਾ ਕਾਰੋਬਾਰ, ਆਪਣਾ ਬਿਜ਼ਨਸ ਵੀ ਤਾਂ ਸ਼ੁਰੂ ਕੀਤਾ ਜਾ ਸਕਦਾ ਹੈ ਤੇ ਪੜ੍ਹਾਈ ਤਾਂ ਪੜ੍ਹਾਈ ਹੈ, ਚਾਹੇ ਕਿਸੇ ਵੀ ਫੀਲਡ ਵਿੱਚ ਕਰੋ। ਅਸੀਂ ਕਿਉਂ ਸਿਰਫ ਇੰਜੀਨੀਅਰਿੰਗ ਜਾਂ ਡਾਕਟਰ ਦੀ ਭੇਡ ਚਾਲ ਵਿੱਚ ਚੱਲੀਏ? ਮੰਮਾ, ਜੇ ਸਾਰੇ ਇੰਜੀਨੀਅਰ ਤੇ ਡਾਕਟਰ ਬਣ ਗਏ ਤੇ ਸਾਰਿਆਂ ਨੂੰ ਨੌਕਰੀ ਕਿੱਥੋਂ ਮਿਲੂ ਭਲਾ? ਪੜ੍ਹ ਲਿਖ ਕੇ ਉਹਨਾਂ ਨੂੰ ਵੀ ਤਾਂ ਆਪਣਾ ਕਾਰੋਬਾਰ ਹੀ ਕਰਨਾ ਪੈਣਾ ਹੈ, ਜਾਂ ਫਿਰ ਬੇਰੋਜ਼ਗਾਰ ਘੁੰਮਦੇ ਰਹਿਣਗੇ, ਜਾਂ ਹੋ ਸਕਦਾ ਹੈ ਘੱਟ ਤਨਖਾਹ ਵਿੱਚ ਕੋਈ ਹੋਰ ਨੌਕਰੀ ਕਰਨ ਆਪਣਾ ਘਰ ਚਲਾਉਣ ਲਈ। ਦੁਨੀਆ ਤਾਂ ਡਿਮਾਂਡ ਤੇ ਸਪਲਾਈ ਤੇ ਚੱਲਦੀ ਹੈ ਨਾ? ਤੇ ਕੀ ਫੋਟੋਗ੍ਰਾਫਰਸ ਦੀ ਡਿਮਾਂਡ ਨਹੀਂ ਸੋਸਾਇਟੀ ਵਿੱਚ? ਖੈਰ, ਰੰਜਨਾ ਨੂੰ ਸਮਝ ਆ ਗਿਆ ਸੀ ਕਿ ਆਪਣੇ ਬਾਰੇ ਪੋਜ਼ਿਟਿਵ ਸੁਣ ਕੇ ਰੋਹਨ ਕਿੰਨਾ ਖੁਸ਼ ਹੋਇਆ। ਉਸ ਨੂੰ ਆਪਣੇ ਕੰਮ ਬਾਰੇ ਪੂਰੀ ਜਾਣਕਾਰੀ ਵੀ ਸੀ। ਉਸ ਦੇ ਲਈ ਉਹ ਪੂਰਾ ਫੋਕਸਡ ਸੀ, ਜਦਕਿ ਆਂਢੀ ਗੁਆਂਢੀ ਦੀਆਂ ਨੈਗੇਟਿਵ ਗੱਲਾਂ ਸੁਣ ਕੇ ਉਹ ਕਿੰਨਾ ਅਪਸੈਟ ਹੋ ਜਾਂਦਾ। ਅਗਲੇ ਦਿਨ ਜਦੋਂ ਉਹ ਦਫ਼ਤਰ ਲਈ ਤਿਆਰ ਹੋਈ ਤਾਂ ਰੋਹਨ ਦੀ ਆਵਾਜ਼ ਆਈ, ਮੰਮਾ ਰੁਕਣਾ, ਮੈਨੂੰ ਵੀ ਬੱਸ ਸਟੈਂਡ ਛੱਡ ਦੇ ਜਾਣਾ। ਅੱਜ ਮੈਂ ਲੇਟ ਹੋ ਗਿਆ, ਰਾਤੀ ਦੇਰ ਤੱਕ ਕੰਮ ਕਰਦਾ ਰਿਹਾ ਨਾ। ਹਾਂ ਹਾਂ ਪੁੱਤਰ, ਕਿਉਂ ਨਹੀਂ, ਮੈਂ ਤੇਰੀ ਉਡੀਕ ਕਰਦੀ ਹਾਂ ਬੇਟਾ, ਛੇਤੀ ਆ ਜਾ। ਅਜੇ ਉਹ ਆਪਣੀ ਕਾਰ ਤੱਕ ਪਹੁੰਚਿਆ ਹੀ ਸੀ ਕਿ ਨਾਲ ਦੇ ਫਲੈਟ ਵਾਲੇ ਅੰਕਲ ਆ ਗਏ। ਹੋਰ ਭਾਈ ਫੋਟੋਗ੍ਰਾਫਰ ਸਾਹਿਬ, ਕਿੱਥੋਂ ਤੱਕ ਪਹੁੰਚਿਆ ਤੇਰਾ ਕੰਮ? ਵਾਹ ਪੁੱਤਰ, ਇੰਨੇ ਚੰਗੇ ਕਾਲਜ 'ਚ ਇੰਜੀਨੀਅਰਿੰਗ ਛੱਡ ਕੇ ਕਿੱਥੇ ਜੰਗਲਾਂ ਵਿੱਚ ਜਾ ਕੇ ਫੋਟੋਗ੍ਰਾਫੀ ਕਰਦਾ ਫਿਰਦਾ। ਆਪਣੀ ਸ਼ਕਲ ਦੇਖ, ਕਿੰਨਾ ਹੈਂਡਸਮ ਹੈ। ਆਪਣੀ ਜ਼ਿੰਦਗੀ ਉਹਨਾਂ ਜੰਗਲੀ ਜਾਨਵਰਾਂ ਦੀ ਫੋਟੋ ਖਿੱਚਣ ਵਿੱਚ ਬਰਬਾਦ ਨਾ ਕਰ। ਅੰਕਲ, ਤੁਸੀਂ ਇੰਨੇ ਵਰੇ ਤੋਂ ਇੱਕੋ ਹੀ ਥਾਂ ਨੌਕਰੀ ਕਰ ਰਹੇ ਹੋ ਤੇ ਤੁਸੀਂ ਇਸ ਨੌਕਰੀ ਤੋਂ ਖੁਸ਼ ਹੋ? ਬੇਟਾ, ਸਾਡੇ ਜ਼ਮਾਨੇ 'ਚ ਇੰਨੀਆਂ ਕਿੱਥੇ ਸਹੂਲਤਾਂ ਜਾਂ ਨੌਕਰੀਆਂ ਸਨ। ਇੱਕ ਵਾਰ ਜਿੱਥੇ ਲੱਗ ਗਏ ਜਾਂ ਬਸ ਜੰਮ ਗਏ। 18 ਸਾਲਾਂ ਵਿੱਚ ਤਾਂ ਵਿਆਹ ਹੋ ਗਿਆ ਸੀ ਮੇਰਾ। ਜ਼ਿੰਮੇਵਾਰੀਆਂ ਆ ਪਈਆਂ ਤਾਂ ਫਿਰ ਕੁਝ ਸੋਚਣ ਨੂੰ ਬਚਿਆ ਹੀ ਕਿੱਥੇ ਸੀ। ਨਹੀਂ ਤਾਂ ਮੈਨੂੰ ਸਿੰਗਿੰਗ ਦਾ ਬੜਾ ਸ਼ੌਕ ਸੀ। ਹੁਣ ਆਏ ਨਾ ਤੁਸੀਂ ਅਸਲੀ ਗੱਲ ਤੇ ਅੰਕਲ। ਪਰ ਤੁਸੀਂ ਤਾਂ ਸ਼ੌਕ ਨੂੰ ਮਾਰ ਕੇ ਨੌਕਰੀ ਕੀਤੀ, ਕਿਉਂਕਿ ਸ਼ਾਦੀ ਹੋ ਗਈ, ਜ਼ਿੰਮੇਵਾਰੀਆਂ ਆ ਪਈਆਂ। ਤਾਂ ਕੀ ਸ਼ਾਦੀ ਕਰਨੀ ਜ਼ਰੂਰੀ ਸੀ ਤੁਹਾਡੇ ਵਾਸਤੇ? ਇਹ ਕਿਹੋ ਜਿਹੀਆਂ ਗੱਲਾਂ ਕਰ ਰਿਹਾ ਤੂੰ, ਇਡੀਅਟ। ਮੈਡਮ, ਬੱਚਿਆਂ ਨਾਲ ਥੋੜਾ ਸਟ੍ਰਿਕਟ ਰਿਹਾ ਕਰੋ, ਨਹੀਂ ਤਾਂ ਇਹ ਤਮੀਜ਼ ਭੁੱਲ ਜਾਂਦੇ ਆ ਵੱਡੇ ਛੋਟੇ ਦੀ। ਆਪਣੇ ਗੁਆਂਢੀਆਂ ਦੇ ਮੂੰਹੋਂ ਨਿਕਲੇ ਸ਼ਬਦ ਰੰਜਨਾ ਤੇ ਉਸ ਦੇ ਬੇਟੇ ਨੂੰ ਚੁੱਭੇ ਤਾਂ ਖੈਰ ਬਹੁਤ। ਰੋਹਨ ਬੁੜਬੁੜਾਇਆ, ਜਦੋਂ ਤਾਂ ਅੰਕਲ ਮੈਨੂੰ ਟੋਕ ਰਹੇ ਸੀ ਤਾਂ ਤਮੀਜ਼ ਸੀ, ਜਦੋਂ ਮੈਂ ਸ਼ੀਸ਼ਾ ਵਿਖਾਇਆ ਤੇ ਬਦਤਮੀਜ਼ ਹੋ ਗਿਆ। ਖੈਰ, ਅਜੇ ਕੁਝ ਹੀ ਦਿਨ ਬੀਤੇ ਸਨ
ਕਿ ਰੰਜਨਾ ਦੇ ਦਫ਼ਤਰ ਦੀ ਇੱਕ ਖਾਸ ਦੋਸਤ ਦੇ ਚਿਹਰੇ ਤੇ ਉਦਾਸੀ ਛਾਈ ਹੋਈ ਸੀ, ਜਿਸ ਨੂੰ ਸ਼ਾਇਦ ਰੰਜਨਾ ਨੇ ਭਾਂਪ ਲਿਆ। ਰੰਜਨਾ ਨੇ ਉਸ ਨੂੰ ਪੁੱਛਿਆ, ਕੀ ਗੱਲ ਨਿਸ਼ੀ, ਕੋਈ ਪਰੇਸ਼ਾਨੀ? ਸਭ ਠੀਕ ਹੈ? तेरी तबीयत ठीक है ना? नहीं कुछ नहीं, बस बेटे ਦੇ ਕਾਲਜ ਤੋਂ ਫੋਨ ਆਇਆ ਹੈ, ਉੱਥੇ ਜਾਣ ਲਈ ਫਲਾਈਟ ਦੀ ਟਿਕਟਾਂ ਬੁੱਕ ਕਰਵਾ ਰਹੀ हैं। कोई खास वजह? सब ठीक है, बेटा ठीक है। कुछ ਦੱਸਿਆ ਉਹਨਾਂ ਨੇ ਕਿਸ ਲਈ ਫੋਨ ਕੀਤਾ? ਤੇ ਤੋਂ ਕੀ ਲੁਕਿਆ ਰੰਜਨਾ? ਬੇਟਾ ਮੈਡੀਕਲ ਕਰ ਰਿਹਾ ਹੈ, ਤੈਨੂੰ ਤਾਂ ਪਤਾ ਹੀ ਹੈ। ਪੜ੍ਹਨ ਵਿੱਚ ਜਮਾ ਹੀ ਦਿਲ ਨਹੀਂ ਲੱਗਦਾ ਉਹਦਾ। ਹੋਸਟਲ ਵਿੱਚ ਰਹਿਣ ਖਾਣ ਪੀਣ ਦੀਆਂ ਸਹੂਲਤਾਂ ਇੰਨੀਆਂ ਖਾਸ ਹੈ ਨਹੀਂ। ਛੱਡ ਕੇ ਆਉਣਾ ਚਾਹੁੰਦੀ ਸੀ ਤਾਂ ਮੈਂ ਉਸ ਨੂੰ ਸਮਝਾ ਬੁਝਾ ਕੇ ਥੋੜੇ ਪੈਸੇ ਹੋਰ ਦੇਣੇ ਸ਼ੁਰੂ ਕਰ ਦਿੱਤੇ, ਤਾਂ ਕਿ ਉਹ ਮੈਸ ਦਾ ਖਾਣਾ ਜੇ ਚੰਗਾ ਨਾ ਲੱਗੇ ਤੇ ਬਾਹਰੋਂ ਖਾ ਲਿਆ ਕਰੇ, ਜਿਵੇਂ ਕਈ ਦੂਸਰੇ ਸੀਨੀਅਰ ਸਟੂਡੈਂਟਸ ਵੀ ਬਾਹਰੋਂ ਖਾਂਦੇ ਨੇ। ਬਸ ਬਾਹਰ ਆਉਣ ਜਾਣ ਕਰਕੇ ਪਤਾ ਨਹੀਂ ਕਿਹਦੀ ਸੰਗਤ 'ਚ ਜਾ ਫਸਿਆ ਹੈ ਕਿ ਡਰੱਗਸ ਲੈਣਾ ਸ਼ੁਰੂ ਕਰਦਾ। ਇੱਕ ਵਾਰ ਪਹਿਲਾਂ ਵੀ ਕਾਲਜ ਤੋਂ ਸ਼ਿਕਾਇਤ ਆਈ ਸੀ ਤਾਂ ਮੈਂ ਸਮਝਾਇਆ, ਕਾਉਂਸਲਿੰਗ ਕੀਤੀ, ਪਰ ਹੁਣ ਤਾਂ ਉਹ ਅਕਸਰ ਡਰੱਗਸ ਲੈਂਦਾ ਫੜਿਆ ਜਾਣ ਲੱਗਾ। ਕੱਲ ਉਸ ਦੇ ਦੋਸਤ ਦਾ ਫੋਨ ਆਇਆ ਸੀ ਕਿ 1 ਘੰਟੇ ਤੋਂ ਬਾਥਰੂਮ ਬੰਦ ਕਰਕੇ ਬੈਠਾ ਹੈ। ਖੈਰ ਮੈਨੂੰ ਤਾਂ ਡਰ ਲੱਗਦਾ ਹੈ ਕਿ ਕਿਤੇ ਕੁਝ ਕਰ ਨਾ ਲਵੇ, ਇਸੇ ਲਈ ਉਸ ਨੂੰ ਮਿਲਣ ਜਾ ਰਹੀ ਹਾਂ। ਪਤਾ ਲੱਗਿਆ ਕਿ ਨਿਸ਼ੀ ਦਾ ਬੇਟਾ ਡਰੱਗਸ ਦਾ ਆਦੀ ਨਹੀਂ ਸੀ, ਪਰ ਸੀਨੀਅਰਸ ਦੇ ਕਹਿਣ ਕਰਕੇ ਇੱਕ ਆਧ ਵਾਰ ਟਰਾਈ ਕੀਤੀ, ਫਿਰ ਹੋਸਟਲ ਰੂਮ ਵਿੱਚ ਡਰੱਗਸ ਨਾਲ ਫੜਿਆ ਵੀ ਗਿਆ। ਇਸ ਪਿੱਛੇ ਵਾਰਡਨ ਨੇ ਉਸ ਨੂੰ ਧਮਕਾਉਣਾ ਸ਼ੁਰੂ ਕੀਤਾ ਤੇ ਧਮਕਾਉਣ ਦੇ ਨਾਲ ਨਾਲ ਬਲੈਕਮੇਲਿੰਗ ਵੀ ਸ਼ੁਰੂ ਹੋ ਗਈ। ਇਹ ਸਭ ਵਾਰਡਨ ਲਈ ਉਤਲੀ ਕਮਾਈ ਦਾ ਇੱਕ ਸੌਖਾ ਸਾਧਨ ਸੀ। ਹੋਸਟਲ ਵਿੱਚ ਹੋਰ ਬੱਚਿਆਂ ਦਾ ਵੀ ਇਹੋ ਹਾਲ ਸੀ। ਬੱਚੇ ਡਰਦੇ ਮਾਰੇ ਮਾਪਿਆਂ ਤੋਂ ਲੁਕਦੇ ਰਹਿੰਦੇ, ਵਾਰਡਨ ਇਸ ਦਾ ਫਾਇਦਾ ਉਠਾਉਂਦਾ। ਇੱਕ ਵਾਰ ਨਿਸ਼ੀ ਨੂੰ ਲੱਗਿਆ ਕਿ ਉਹ ਵਾਰਡਨ ਦੀ ਸ਼ਿਕਾਇਤ ਉੱਤੇ ਤੱਕ ਕਰੇ, ਪਰ ਬਾਅਦ 'ਚ ਪਤਾ ਲੱਗਿਆ ਉੱਤੇ ਤੋਂ ਲੈ ਕੇ ਹੇਠਾਂ ਤੱਕ ਸਭ ਮਿਲੇ ਹੋਏ ਨੇ, ਕਿਉਂਕਿ ਪਤਾ ਨਹੀਂ ਕਿੰਨੇ ਬੱਚੇ ਆਪਣੇ ਮਾਪਿਆਂ ਦੇ ਦਬਾਅ ਕਰਕੇ ਉੱਥੇ ਦਾਖਲੇ ਤਾਂ ਲੈ ਲੈਂਦੇ ਨੇ, ਪਰ ਪਿੱਛੋਂ ਪੜ੍ਹਾਈ ਵਿੱਚ ਜੀ ਨਾ ਲੱਗਣ ਕਾਰਨ ਇਹਨਾਂ ਭੈੜੀਆਂ ਆਦਤਾਂ ਦੇ ਸ਼ਿਕਾਰ ਹੋ ਜਾਂਦੇ ਨੇ। ਖੈਰ ਨਿਸ਼ੀ ਨੇ ਹੋਸਟਲ ਪਹੁੰਚ ਕੇ ਆਪਣੇ ਪੁੱਤਰ ਨਾਲ ਖੁੱਲ੍ਹ ਕੇ ਗੱਲ ਕੀਤੀ ਤੇ ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਕਿ ਉਸ ਦਾ ਪੁੱਤਰ ਤਾਂ ਮੈਡੀਕਲ ਨਹੀਂ, ਮਾਸ ਕਮਿਊਨੀਕੇਸ਼ਨ ਕਰਨਾ ਚਾਹੁੰਦਾ ਸੀ। ਨਿਸ਼ੀ ਨੇ ਆਪਣੀ ਗਲਤੀ ਸੁਧਾਰਦਿਆਂ ਉਸ ਦਾ ਦਾਖਲਾ ਮਾਸ ਕਮਿਊਨੀਕੇਸ਼ਨ 'ਚ ਕਰਾਇਆ ਤੇ ਮੈਡੀਕਲ ਛੁਡਾ ਦਿੱਤਾ। ਬਾਅਦ 'ਚ ਦਫ਼ਤਰ 'ਚ ਇਹ ਗੱਲ ਜੰਗਲ ਦੀ ਅੱਗ ਵਾਂਗ ਫੈਲ ਗਈ। ਨਿਸ਼ੀ ਨੂੰ ਮਨ ਹੀ ਮਨ ਬਹੁਤ ਮਾੜਾ ਲੱਗਦਾ ਜਦੋਂ ਉਸ ਨੂੰ ਕੋਈ ਟੀਚਰ ਕਰਦਾ, ਪਰ ਉਸ ਦੇ ਅਨੁਭਵ ਨਾਲ ਰੰਜਨਾ ਪਹਿਲਾਂ ਹੀ ਤਿਆਰ ਸੀ ਤੇ ਮਜ਼ਬੂਤ ਹੋ ਚੁੱਕੀ ਸੀ। ਜਿਉਂ ਹੀ ਕਿਸੇ ਨੇ ਨਿਸ਼ੀ ਨੂੰ ਵਿਅੰਗ ਕੀਤਾ, ਓ ਤੁਹਾਡੇ ਪੁੱਤਰ ਨੇ ਮੈਡੀਕਲ ਛੱਡਤਾ, ਓ he is one among us the 3 idiots, ਤਾਂ ਰੰਜਨਾ ਨੇ ਤੁਰੰਤ ਜਵਾਬ ਦਿੱਤਾ, no he is not, we are idiots। ਉਹ ਸੈਲਫ ਕੌਨਫੀਡੈਂਸ ਨਾਲ ਮੁਸਕਰਾ ਰਹੀ ਸੀ। ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਚੁੱਕਾ ਸੀ।